दोस्तों नमस्कार। आरएनए टीवी यानी रिसर्च एंड एनालिसिस टीवी ਦੇ ਪ੍ਰੋਗਰਾਮ ਤੀਸਰਾ ਨੇਤਰ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਤੇ ਅੱਜ ਜਿਹੜੀ ਅਸੀਂ ਗੱਲ ਕਰਨ ਜਾ ਰਹੇ ਹੈਗੇ ਹਾਂ ਦੋਸਤੋ ਰਾਜਨੀਤੀ ਦੇ ਨਾਲ ਜੁੜੀ ਹੋਈ ਹੈਗੀ ਹੈ। ਰਾਜਨੀਤੀ ਚਾਰੋਂ ਪਾਸੇ ਹੀ ਰਾਜਨੀਤੀ। ਜੀ ਹਾਂ, ਔਰ ਜਦੋਂ ਅਸੀਂ ਰਾਜਨੀਤੀ ਦੀ ਗੱਲ ਕਰਦੇ ਹਾਂ ਦੋਸਤੋ ਰਾਜਨੀਤਿਕ ਪਾਰਟੀਆਂ ਨੇ ਤਾਂ ਰਾਜਨੀਤੀ ਦੀ ਗੱਲ ਹੀ ਕਰਨੀ ਹੈਗੀ ਹੈ ਤੇ ਫਿਰ ਰਾਜਨੀਤੀ ਤਾਂ ਹੋਏਗੀ। ਪਰ ਇਹ ਕੋਵਿਡ-19 ਦਾ ਸਮਾਂ ਹੈ ਤੇ ਕੋਵਿਡ-19 ਦੇ ਵਿੱਚ ਇੱਕ ਗੱਲ ਹੋਈ ਹੈਗੀ ਹੈ ਦੋਸਤੋ, ਭਾਵੇਂ ਕੇਂਦਰ ਦੀ ਸਰਕਾਰ ਹੋਏ ਤੇ ਭਾਵੇਂ ਰਾਜਾਂ ਦੀਆਂ ਸਰਕਾਰਾਂ ਹੋਣ, ਪਾਰਟੀ ਕੋਈ ਵੀ ਹੋਏ, ਸਭ ਨੇ ਇੱਕ ਸੁਰ ਦੇ ਵਿੱਚ ਅਲਾਪ ਗਾਇਆ ਹੈਗਾ। ਕਿਤੇ ਵੀ ਜਿਹੜਾ ਹੈ ਉਹ ਰਾਜਨੀਤੀ ਦੀ ਗੱਲ ਨਹੀਂ ਹੋਈ। ਪਰ ਸਮਾਂ ਕਿਉਂਕਿ ਬਦਲਦਾ ਹੈਗਾ, ਬਦਲ ਰਿਹਾ ਇੱਕ ਵਾਰ ਫਿਰ। ਜੀ ਹੁਣ ਜਦੋਂ ਅਸੀਂ ਗੱਲ ਕਰ ਰਹੇ ਸੀ ਕੋਵਿਡ-19 ਦੀ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਵੈਕਸੀਨ ਹਜੇ ਤੱਕ ਨਹੀਂ ਆਈ, ਤਿਆਰੀ ਚੱਲ ਰਹੀ ਹੈਗੀ ਹੈ। ਜਦੋਂ ਅਸੀਂ ਗੱਲ ਕਰਦੇ ਹੈਗੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਉਹਨਾਂ ਦੇ ਕੈਬਨਿਟ ਕੋਲੀਗਸ ਦੀ ਗੱਲ ਕਰਦੇ ਹਾਂ ਜਾਂ ਸਰਕਾਰ ਦੀਆਂ ਜਿਹੜੀਆਂ ਮੈਡੀਕਲ ਏਜੰਸੀਜ਼ ਹੈ ਜਿਹੜੀਆਂ ਰਿਸਰਚ ਕਰ ਰਹੀਆਂ, ਖੋਜ ਕਰ ਰਹੀਆਂ, ICMR ਵਰਗੀਆਂ ਤੇ ਹੋਰ ਨਾਲ ਰਿਲੇਟਡ ਕੰਪਨੀਆਂ, ਇਹ ਸਾਰੇ ਦੇ ਸਾਰੇ ਵੇਟ ਕਰ ਰਹੇ ਹੈਗੇ ਆ ਕਦੋਂ ਜਿਹੜਾ ਹੈ ਉਹ ਕੋਵਿਡ ਦੀ ਜਿਹੜੀ ਵੈਕਸੀਨ ਹੈ ਉਹਦਾ ਆਗਮਨ ਹੁੰਦਾ ਹੈਗਾ। ਇੱਕ ਪਾਲਿਸੀ ਨੂੰ ਵੀ ਬਣਾਉਣ ਦੀ ਜਿਹੜੀ ਹੈਗੀ ਹੈ ਗੱਲ ਚੱਲ ਰਹੀ ਹੈਗੀ ਹੈ। ਇਹ ਪਾਲਿਸੀ ਕਿਸ ਤਰੀਕੇ ਦੀ ਹੋਏਗੀ, ਕਿਵੇਂ ਦੀ ਹੋਏਗੀ, ਕਿਵੇਂ ਲਾਗੂ ਹੋਏਗੀ, ਇਸ ਸਭ ਦੇ ਬਾਰੇ ਜਿਹੜੀ ਵਿਚਾਰ ਚਰਚਾ ਹੈਗੀ ਹੈ ਉਹ ਚੱਲ ਰਹੀ ਹੈਗੀ ਹੈ। ਤੇ ਜੇ ਮੈਂ ਇਹ ਗੱਲ ਕਹਾਂ ਕਿ ਹਜੇ ਕੋਵਿਡ ਨੂੰ ਆਉਣ ਦੇ ਵਿੱਚ ਹਫ਼ਤੇ ਘੱਟੋ ਘੱਟ ਇੰਨੀ ਗੱਲ ਤਾਂ ਆਪਾਂ ਕਹਿ ਸਕਦੇ ਹਾਂ, ਜੇ ਸਾਲਾਂ ਦੀ ਗੱਲ ਨਹੀਂ ਕਰਦੇ ਜਾਂ ਮਹੀਨਿਆਂ ਦੀ ਗੱਲ ਨਹੀਂ ਕਰਦੇ, ਆਪਟੀਮਿਸਟਿਕ ਹੋ ਕੇ ਗੱਲ ਕਰਦੇ ਹੈਗੇ ਤਾਂ ਹਫ਼ਤੇ ਤਾਂ ਲੱਗਣਗੇ ਹੀ ਲੱਗਣਗੇ, ਕੁਝ ਕੁ ਹਫ਼ਤੇ ਤਾਂ ਲੱਗਣਗੇ ਹੀ ਲੱਗਣਗੇ। ਤੇ ਜਦੋਂ ਅਸੀਂ ਇਹ ਗੱਲ ਕਰ ਰਹੇ ਹੈਗੇ ਆ ਕਿ ਕੋਵਿਡ-19 ਦੀ ਵੈਕਸੀਨ ਜਿਹੜੀ ਹੈ ਉਹਨੇ ਹਜੇ ਆਉਣਾ ਹੈ, ਉਹਦੇ ਵਾਸਤੇ ਤਿਆਰੀਆਂ ਚੱਲ ਰਹੀਆਂ ਹੈਗੀਆਂ। ਮੈਂ ਥੋੜੀ ਜੀ ਗੱਲ ਹੋਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ। ਇੱਕ ਗੱਲ ਜਿਹੜੀ ਬਹੁਤ ਹੀ ਇੰਪੋਰਟੈਂਟ ਹੈ, ਸਾਡੇ ਜਿਹੜੇ ਕੇਂਦਰੀ ਸਿਹਤ ਮੰਤਰੀ ਹੈਗੇ ਡਾਕਟਰ ਹਰਸ਼ਵਰਧਨ, ਉਹਨਾਂ ਨੇ ਕੁਝ ਗੱਲਾਂ ਕੀਤੀਆਂ ਹੈਗੀਆਂ। ਹਰਸ਼ਵਰਧਨ ਉਹਨਾਂ ਨੇ ਇਹ ਵੀ ਕਿਹਾ ਹੈਗਾ ਕਿ ਜਦੋਂ ਵੀ ਕੋਵਿਡ ਦੀ ਜਿਹੜੀ ਇਹ ਵੈਕਸੀਨ ਆਂਦੀ ਹੈ ਉਸ ਤੋਂ ਬਾਅਦ ਸਾਨੂੰ ਇਹ ਦੇਖਣਾ ਪਏਗਾ ਕਿ ਇਹਦਾ ਵਰਤਾਰਾ ਕਿਵੇਂ ਹੋਏਗਾ, ਕਿਵੇਂ ਵਰਤਾਈ ਜਾਏਗੀ ਲੋਕਾਂ ਦੇ ਵਿੱਚ। ਉਹਨਾਂ ਨੇ ਇਹ ਵੀ ਗੱਲ ਕਹੀ ਹੈਗੀ ਹੈ ਕਿ ਇੱਕ ਪ੍ਰਾਇੋਰਟਾਈਜ਼ ਕਰਨ ਦੀ ਗੱਲ ਹੈ ਕਿ ਕਿਹੜੇ ਬੰਦਿਆਂ ਨੂੰ ਪਹਿਲੋਂ ਜਿਹੜੀ ਹੈ ਉਹ ਵੈਕਸੀਨ ਮਿਲੇਗੀ। ਹੁਣ ਪਹਿਲੋਂ ਜਿਹੜੇ ਬੰਦਿਆਂ ਨੂੰ ਵੈਕਸੀਨ ਮਿਲਣੀ ਹੈਗੀ ਉਹ ਚਾਹੇ ਫਰੰਟ ਲਾਈਨ ਜਿਹੜੇ ਵਾਰੀਅਰਸ ਹੈਗੇ ਆ ਜਿਨ੍ਹਾਂ ਦੀ ਸਿੱਧੀ ਲੜਾਈ ਹੈਗੀ ਹੈ, ਸਿਹਤ ਕਰਮਚਾਰੀ ਜਾਂ ਪੁਲਿਸ ਦੇ ਕਰਮਚਾਰੀ, ਉਹਨਾਂ ਦੀ ਅਸੀਂ ਗੱਲ ਕਰ ਲਈਏ, ਉਹਨਾਂ ਨੂੰ ਅਸੀਂ ਪਹਿਲੋਂ ਵੈਕਸੀਨ ਦੇਵਾਂਗੇ, ਜਾਂ ਉਹਨਾਂ ਲੋਕਾਂ ਦੀ ਗੱਲ ਕਰ ਲਈਏ ਕਿ ਜਿਨ੍ਹਾਂ ਨੂੰ ਹੋਰ ਬਿਮਾਰੀਆਂ ਨਾਲ ਹੈਗੀਆਂ, ਜਿਨ੍ਹਾਂ ਨੂੰ ਖਤਰਾ ਜ਼ਿਆਦਾ ਹੈਗਾ ਕੋਵਿਡ-19 ਤੋਂ, ਉਹਨਾਂ ਨੂੰ ਜਿਹੜਾ ਹੈ ਦਵਾਈ ਦੇ ਕੇ ਇਹ ਟੀਕਾ ਲਗਾ ਕੇ ਉਹਨਾਂ ਦੀ ਸੁਰੱਖਿਆ ਜਿਹੜੀ ਹੈ ਉਹ ਕੀਤੀ ਜਾਏ। ਇਹ ਸਭ ਗੱਲਾਂ ਜਿਹੜੀਆਂ ਹੈ ਹਜੇ ਚੱਲ ਰਹੀਆਂ, ਪਾਲਿਸੀ ਬਣ ਰਹੀ ਹੈਗੀ ਹੈ। ਫਿਰ ਇੱਕ ਹੋਰ ਵੀ ਗੱਲ ਕਿ ਦਵਾਈ ਜਿਹੜੀ ਹੈ ਕਿਉਂਕਿ ਹਜੇ ਤਿਆਰ ਨਹੀਂ ਹੋਈ, ਹਜੇ ਖੋਜ ਹੀ ਚੱਲਦੀ ਪਈ ਹੈਗੀ ਹੈ, ਤਾਂ ਉਹਦਾ ਮੁੱਲ ਦੇ ਬਾਰੇ 'ਚ ਵੀ ਗੱਲ ਹੋਣੀ ਹੈਗੀ ਹੈ। ਇਹ ਵੀ ਸਰਕਾਰ ਦੀ ਜਿਹੜੀ ਇੱਕ ਪ੍ਰਾਇੋਰਟੀ ਹੈਗੀ ਹੈ ਕਿ ਜਿਹੜੇ ਸਾਡੇ ਗਰੀਬਾਂ ਨੂੰ ਜਾਂ ਦੱਬੇ ਕੁਚਲੇ ਜਿਹੜੇ ਸਾਡੇ ਲੋਕ ਹੈਗੇ ਆ ਜਾਂ ਵਰਗ ਹੈਗੇ ਆ, ਉਹਨਾਂ ਨੂੰ ਜਿਹੜੀ ਹੈ ਇਹ ਦਵਾਈ ਫ੍ਰੀ ਆਫ ਕਾਸਟ ਮਿਲੇ। ਔਰ ਇਸੇ ਤਰੀਕੇ ਦੇ ਨਾਲ ਜਿਹੜੇ ਸਾਡੇ ਨਿਮਨ ਵਰਗ ਹੈਗੇ ਆ ਜਾਂ ਪਛੜੇ ਵਰਗ ਨੇ, ਇਕਨੋਮਿਕਲੀ ਵੀਕਰ ਨੇ, ਲੋਅਰ ਮਿਡਲ ਕਲਾਸ ਦੀ ਵੀ ਆਪਾਂ ਗੱਲ ਕਰ ਲਈਏ, ਉਹਨਾਂ ਵਾਸਤੇ ਜਾਂ ਮਿਡਲ ਕਲਾਸ ਵਾਸਤੇ ਵੀ ਸਬਸਿਡਾਈਜ਼ਡ ਰੇਟਸ ਦੇ ਉੱਤੇ ਜਿਹੜੀ ਹੈ ਉਹ ਦਵਾਈ ਦੀ ਜਿਹੜੀ ਹੈ ਉਹ ਵਰਤਾਈ ਜਾਏ। ਔਰ ਇਸ ਤੋਂ ਇਲਾਵਾ ਇੱਕ ਹੋਰ ਵੀ ਗੱਲ ਕਿ ਪ੍ਰਾਈਵੇਟ ਸੈਕਟਰ ਦਾ ਇਹਦੇ ਵਿੱਚ ਕੀ ਰੋਲ ਹੋਏਗਾ, ਇਹ ਵੀ ਜਿਹੜਾ ਹੈ ਅਸੀਂ ਦੇਖ ਰਹੇ ਹੈਗੇ। ਇਸ ਸਭ ਦੇ ਬਾਰੇ 'ਚ ਜਿਹੜੀ ਹੈ ਉਹ ਚਰਚਾ ਹੋ ਰਹੀ ਹੈ। ਇੱਕ ਛੋਟੀ ਜਿਹੀ ਗੱਲ ਹੋਰ, ਕਿਉਂਕਿ ਇਹ ਜਿਹੜੀਆਂ ਦਵਾਈਆਂ ਨੇ, ਵੈਕਸੀਨਸ ਨੇ, ਸਾਡੇ ਕੋਲ ਪਹਿਲਾਂ ਤੋਂ ਹੀ ਐਗਜ਼ਾਮਪਲ ਹੈਗੀ ਹੈ ਇੰਦਰਧਨੁਸ਼, ਅਸੀਂ ਇੱਕ ਐਡਾ ਵੱਡਾ ਸਿਸਟਮ ਜਿਹੜਾ ਹੈਗਾ ਚਲਾ ਰਹੇ ਹੈਗੇ ਆ। ਬੱਚਿਆਂ ਦੇ ਟੀਕਾਕਰਨ ਦੀ ਜਿਹੜੀ ਪ੍ਰਣਾਲੀ ਹੈਗੀ ਹੈ ਉਹਦੇ ਬਾਰੇ 'ਚ ਮੈਂ ਜਿਹੜੀ ਹੈ ਤੁਹਾਡੇ ਨਾਲ ਗੱਲ ਕਰ ਰਿਹਾ ਕਿ ਇਹ ਜਿਹੜੀ ਪ੍ਰਣਾਲੀ ਹੈਗੀ ਹੈ ਟੀਕਾਕਰਨ ਦੀ, ਸਾਡੀ ਇੱਕ ਟ੍ਰੈਡੀਸ਼ਨਲ ਜਿਹੜੀ ਵਿਵਸਥਾ ਹੈਗੀ ਹੈ, ਉਹਦੇ ਵਿੱਚ ਅਸੀਂ ਕਿਸੇ ਤੋਂ ਵੀ ਇਹਨਾਂ ਦਵਾਈਆਂ ਦੇ ਵਾਸਤੇ ਦਵਾਈਆਂ ਦੀ ਕੋਈ ਮੁੱਲ ਨਹੀਂ ਲੈਂਦੇ ਹੈਗੇ। ਕੇਂਦਰ ਵੀ ਮੁਫਤ ਦੇ ਵਿੱਚ ਰਾਜ ਸਰਕਾਰਾਂ ਨੂੰ ਦਿੰਦਾ ਹੈਗਾ ਔਰ ਰਾਜ ਸਰਕਾਰਾਂ ਵੀ ਮੁਫਤ ਦੇ ਵਿੱਚ ਫਿਰ ਲੋਕਾਂ ਨੂੰ ਇਹ ਦਵਾਈਆਂ ਜਿਹੜੀਆਂ ਉਹ ਮੁਹੱਈਆ ਕਰਵਾਉਂਦੀਆਂ। ਪੋਲੀਓ ਵਰਗੇ ਤਾਂ ਜਿਹੜੇ ਡ੍ਰੌਪਸ ਹੈਗੇ ਆ ਪੋਲੀਓ ਦੇ, ਅਸੀਂ ਘਰ ਘਰ ਜਾ ਕੇ ਮੁਫਤ ਦੇ ਵਿੱਚ ਪਿਲਾਉਂਦੇ ਹੈਗੇ ਆ। ਸੋ ਕਿਸ ਤਰੀਕੇ ਦਾ ਜਿਹੜਾ ਇਹ ਸਿਸਟਮ ਜਿਹੜਾ ਹੈ ਉਹ ਬਣੇਗਾ, ਹਜੇ ਇਹਦੇ ਬਾਰੇ 'ਚ ਕੋਈ ਵੀ ਗੱਲ ਜਿਹੜੀ ਹੈ ਉਹ ਨਹੀਂ ਕਹੀ ਜਾ ਸਕਦੀ। ਇੱਕ ਗੱਲ ਹੋਰ ਇਸ ਦੇ ਨਾਲ ਹੀ ਜੁੜੀ ਹੋਈ ਹੈ, ਇਹ ਵੀ ਗੱਲ ਕਿ ਕੋਵਿਡ-19 ਦੀ ਜਿਹੜੀ ਵੈਕਸੀਨ ਹੈ ਇਹਦੇ ਬਾਰੇ 'ਚ ਇਹ ਵੀ ਕਿਹਾ ਜਾ ਰਿਹਾ ਹੈਗਾ ਕਿ ਇਸ ਨੂੰ ਇੱਕ ਸਪੈਸ਼ਲ ਸਪਲਾਈ ਚੇਨ ਦੀ ਜਿਹੜੀ ਹੈ ਉਹ ਜ਼ਰੂਰਤ ਪੈਣੀ ਹੈਗੀ, ਕਿਉਂਕਿ ਜਿਹੜੀਆਂ ਸਾਡੀਆਂ ਟ੍ਰੈਡੀਸ਼ਨਲ ਵੈਕਸੀਨਸ ਹੈਗੀਆਂ ਜਿਵੇਂ ਪੋਲੀਓ ਦੀ ਵੈਕਸੀਨ ਹੈ ਜਾਂ BCG ਦੀ ਵੈਕਸੀਨ ਹੈਗੀ ਹੈ, ਇਹਨਾਂ ਤੋਂ ਵੱਧ ਜਿਹੜਾ ਹੈਗਾ ਲੋਅਰ ਟੈਂਪਰੇਚਰ ਦੇ ਉੱਤੇ ਇਹ ਕੋਵਿਡ ਦੀ ਵੈਕਸੀਨ ਜਿਹੜੀ ਹੈ ਉਹਨੂੰ ਸਟੋਰ ਕਰਨਾ ਪੈਣਾ ਹੈਗਾ। तो फिर उस तो बाद उसकी ट्रांसपोर्टेशन भी है, घट जिहड़ा तापमान घट चाहिए हैगा, फिर उस तो बाद उन्होंने ट्रांसपोर्ट करना हैगा आपां वक्रे वक्रियां थावां दे उपर।
ਸੋ ਇਹ ਸਾਰੀ ਵਿਵਸਥਾ ਕਿਸ ਤਰੀਕੇ ਦੀ ਤਿਆਰ ਹੋਣੀ ਹੈਗੀ ਹੈ, ਕਿਹੜੀ ਪਾਰਟੀ ਦਾ ਇਹਦੇ ਵਿੱਚ ਕੀ ਰੋਲ ਹੋਏਗਾ, ਪ੍ਰਾਈਵੇਟ ਸੈਕਟਰ ਨੂੰ ਕਿਵੇਂ ਇਨਵੋਲਵ ਕੀਤਾ ਜਾਏਗਾ, ਇਹ ਸਭ ਦੇ ਬਾਰੇ 'ਚ ਹਜੇ ਜਿਹੜੀਆਂ ਪਾਲਿਸੀਜ਼ ਹੈਗੀਆਂ ਉਹ ਬਣਨੀਆਂ। ਆਪਾਂ ਕੋਵਿਡ ਦੇ ਬਾਰੇ 'ਚ ਗੱਲਾਂ ਕਰਦੇ ਪਏ ਸੀਗੇ ਤੇ ਸਮਾਂ ਜਿਹੜਾ ਹੈਗਾ ਉਹ ਐਸਾ ਆ ਗਿਆ ਕਿ ਕੱਲ ਇੱਕ ਨਵੀਂ ਡਿਵੈਲਪਮੈਂਟ ਹੋ ਗਈ। ਸਾਰਿਆਂ ਨੂੰ ਪਤਾ ਹੈ ਬਿਹਾਰ ਦੇ ਵਿੱਚ ਇਲੈਕਸ਼ਨ ਹੋ ਰਹੇ ਹੈਗੇ, ਚੋਣਾਂ ਹੋਣ ਜਾ ਰਹੀਆਂ ਹੈਗੀਆਂ, ਔਰ ਬੀਜੇਪੀ ਨੇ ਕੱਲ ਆਪਣਾ ਜਿਹੜਾ ਚੋਣ ਮੈਨੀਫੈਸਟੋ ਉਹਦਾ ਐਲਾਨ ਕੀਤਾ। ਸੋ ਇਸ ਚੋਣ ਮੈਨੀਫੈਸਟੋ ਦੇ ਵਿੱਚ ਇੱਕ ਨਵੀਂ ਗੱਲ ਆਈ ਹੈਗੀ ਹੈ। ਦੇਖੋ, ਜਿਹੜੇ ਚੋਣ ਮੈਨੀਫੈਸਟੋ ਹੈਗੇ ਆ ਦੋਸਤੋ, ਇਹ ਕਿਸੇ ਵੀ ਪਾਰਟੀ ਦੇ ਚੋਣ ਮੈਨੀਫੈਸਟੋ ਦੇ ਬਾਰੇ ਜੇ ਆਪਾਂ ਗੱਲ ਕਰੀਏ ਤਾਂ ਇਹ ਜ਼ਰੂਰੀ ਨਹੀਂ ਹੈਗਾ ਕਿ ਹਮੇਸ਼ਾ ਕੋਈ ਇੱਕ ਇਹ ਜਿਹੜਾ ਆਪਾਂ ਗੱਲ ਕਹੀਏ ਕਿ ਵੀ ਇਹਦੇ 'ਚ ਜਿਹੜੇ ਵਾਅਦੇ ਕੀਤੇ ਜਾਂਦੇ ਹੈਗੇ ਆ ਉਹ ਨਿਭਾਉਣ ਲਈ ਹੁੰਦੇ ਹੈਗੇ। ਬੜਾ ਸਾਰਾ ਪੋਪੂਲਿਜ਼ਮ ਜਿਹੜਾ ਹੈ ਉਹ ਹੁੰਦਾ ਹੈ। ਔਰ ਇਸ ਵਾਰ ਕਿਉਂਕਿ ਇਹ ਜਿਹੜਾ ਜਿਸ ਬਾਰੇ ਅਸੀਂ ਗੱਲ ਕਰਨ ਜਾ ਰਹੇ ਹੈਗੇ ਆ, ਜਿਹੜਾ ਬੀਜੇਪੀ ਨੇ ਚੋਣ ਮੈਨੀਫੈਸਟੋ ਆਪਣਾ ਐਲਾਨ ਕੀਤਾ ਹੈਗਾ, ਇਹਦੇ 'ਚ ਜਿਹੜਾ ਪੋਪੂਲਿਜ਼ਮ ਹੈ ਉਹਨੂੰ ਇੱਕ ਨਵੇਂ ਸਤਰ ਦੇ ਉੱਤੇ ਆਪਾਂ ਲੈ ਗਏ। ਸੋ ਕੀ ਹੋਇਆ, ਕੀ ਡਿਸਕਸ ਕਰਦੇ ਆ ਤੁਹਾਡੇ ਨਾਲ। ਕੱਲ ਕੇਂਦਰੀ ਫਾਈਨਾਂਸ ਮੰਤਰੀ ਨਿਰਮਲਾ ਸੀਤਾਰਮਨ ਉਹਨਾਂ ਨੇ ਮੈਨੀਫੈਸਟੋ ਜਿਹੜਾ ਸੀਗਾ ਇਹਦੇ ਬਾਰੇ 'ਚ ਗੱਲ ਕੀਤੀ, ਅਨਾਉਂਸਮੈਂਟ ਕਰ ਰਹੇ ਹੈਗੇ ਆ ਕਿ ਇਸ ਵਾਰ ਬਿਹਾਰ ਦੇ ਵਿੱਚ ਜੇ ਬੀਜੇਪੀ ਦੀ ਸਰਕਾਰ ਬਣਦੀ ਹੈਗੀ ਹੈ ਤਾਂ ਬਿਹਾਰ ਵਾਸੀਆਂ ਨੂੰ ਮੁਫਤ ਦੇ ਵਿੱਚ ਪ੍ਰਾਇੋਰਟੀ ਦੇ ਆਧਾਰ ਦੇ ਉੱਤੇ ਕਰੋਨਾ ਵਾਇਰਸ ਦੀ ਜਿਹੜੀ ਵੈਕਸੀਨ ਹੈਗੀ ਹੈ ਉਹ ਲਗਾਈ ਜਾਏਗੀ। ਦੋਸਤੋ, ਵਾਅਦੇ ਤਾਂ ਬਹੁਤ ਹੁੰਦੇ ਪਰ ਇਸ ਤਰੀਕੇ ਦੇ ਨਾਲ ਜਿਵੇਂ ਲੋਕਾਂ ਦੀਆਂ ਜਿਹੜੀਆਂ ਇਸ ਵੇਲੇ ਚਿੰਤਾਵਾਂ ਨੇ, ਤੁਹਾਨੂੰ ਸਭ ਨੂੰ ਪਤਾ ਲੋਕਡਾਊਨ ਚੱਲ ਰਹੇ ਹੈਗੇ, ਬੇਸ਼ੱਕ ਅਨਲੌਕ ਹੋ ਰਹੇ ਹਨ ਪਰ ਫਿਰ ਵੀ ਲੋਕੀ ਜਿਹੜੇ ਹੈਗੇ ਆ ਬਾਜ਼ਾਰ ਦੇ ਵਿੱਚ ਨਹੀਂ ਆ ਰਹੇ। ਆਰਥਿਕਤਾ ਜਿਹੜੀ ਹੈਗੀ ਉਹ ਰਸਾਤਲ ਦੇ ਵਿੱਚ ਜਾ ਰਹੀ ਹੈਗੀ ਹੈ। ਲੋਕਾਂ ਦੇ ਵਿੱਚ ਇੱਕ ਘਬਰਾਹਟ ਹੈ। ਕੋਈ ਵੀ ਬੰਦਾ ਜਿਹੜਾ ਮਾਰਕੀਟ ਦੇ ਵਿੱਚ ਆ ਕੇ ਪੈਸਾ ਖਰਚਣ ਨੂੰ ਤਿਆਰ ਨਹੀਂ ਹੋ ਰਿਹਾ। ਕਿੰਨਾ ਜਿਹੜਾ ਹੈਗਾ ਪਲਾਇਨ ਹੋਇਆ ਹੈਗਾ। ਬੇਰੁਜ਼ਗਾਰੀ ਅਸੀਂ ਕਿਸ ਲੈਵਲ ਦੇ ਉੱਤੇ ਸਾਡੇ ਦੇਸ਼ ਦੇ ਵਿੱਚ ਪਹੁੰਚੀ ਹੋਈ ਹੈ, ਇਹ ਸਾਰਿਆਂ ਨੂੰ ਸਾਨੂੰ ਪਤਾ ਹੈਗਾ। ਤਾਂ ਕਿੰਨੀਆਂ ਚਿੰਤਾਵਾਂ ਇਸ ਜਿਹੜਾ ਜੇ ਮੈਂ ਕੋਵਿਡ ਨੂੰ ਇਹ ਕਹਾਂ ਕਿ ਪੂਰਾ ਵਿਸ਼ਵ ਜਿਹੜਾ ਹੈਗਾ ਇਸ ਸਦੀ ਦੇ ਵਿੱਚ ਜਾਂ ਪਿਛਲੇ 100 ਸਾਲਾਂ ਦੇ ਵਿੱਚ ਕਦੇ ਵੀ ਇਸ ਵਿਸ਼ਵ ਨੇ ਇੰਨੀ ਭਿਆਨਕ ਮਹਾਮਾਰੀ ਦਾ ਸਾਹਮਣਾ ਨਹੀਂ ਸੀ ਕੀਤਾ ਜਿੰਨੀ ਭਿਆਨਕ ਮਹਾਮਾਰੀ ਜਿਹੜੀ ਹੈ ਇਹ ਕੋਵਿਡ 2019 ਸਾਹਮਣੇ ਆਇਆ ਲੈ ਕੇ। ਤੋਂ ਇਸ ਸਮੇਂ ਦੇ ਉੱਤੇ ਗੱਲ ਇਹ ਕਰਨੀ ਬਣਦੀ ਹੈਗੀ ਹੈ ਕਿ ਕੀ ਬੀਜੇਪੀ ਵੱਲੋਂ ਇਸ ਤਰੀਕੇ ਦੇ ਨਾਲ ਲੋਕਾਂ ਦੀਆਂ ਚਿੰਤਾਵਾਂ ਨੂੰ ਭੁਨਾਉਣਾ ਵੋਟਾਂ ਵਾਸਤੇ, ਇਲੈਕਸ਼ਨਰਿੰਗ ਲਈ, ਕੀ ਇਹ ਜਾਇਜ਼ ਹੈ? ਕੀ ਤੁਸੀਂ ਇਸ ਨੂੰ ਜਾਇਜ਼ ਮੰਨਦੇ ਹੈਗੇ? ਜੇ ਤੁਸੀਂ ਮੇਰੀ ਰਾਏ ਪੁੱਛੋ ਤਾਂ ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਬੀਜੇਪੀ ਦਾ ਇਹ ਐਲਾਨ ਸੱਤਾ ਵਾਸਤੇ ਉਹਦੀ ਭੁੱਖ ਨੂੰ ਦਰਸਾਉਂਦਾ ਹੈਗਾ। ਕਿਸੇ ਵੀ ਕੀਮਤ ਦੇ ਉੱਤੇ ਸੱਤਾ ਦੀ ਪ੍ਰਾਪਤੀ ਦੀ ਗੱਲ ਕਰਦਾ ਹੈਗਾ। ਔਰ ਜਿਹੜਾ ਇਹ ਐਟੀਟਿਊਡ ਹੈ, ਜਿਸ ਤਰੀਕੇ ਦੇ ਨਾਲ ਇਹ ਜਿਹੜੀ ਗੱਲ ਕਹੀ ਗਈ ਕਿ ਫਾਈਨਾਂਸ ਮੰਤਰੀ ਨੇ ਇਹ ਗੱਲ ਕਹੀ, ਖਜ਼ਾਨਾ ਮੰਤਰੀ ਨੇ ਇਹ ਗੱਲ ਕਹੀ ਹੈਗੀ ਹੈ ਕਿ ਸਭ ਤੋਂ ਪਹਿਲਾ ਜਿਹੜਾ ਚੋਣ ਮੈਨੀਫੈਸਟੋ ਦੇ ਵਿੱਚ ਜਿਹੜਾ ਅਸੀਂ ਪ੍ਰੋਮਿਸ ਕਰ ਰਹੇ ਹੈਗੇ ਆ ਉਹ ਇਹ ਹੈ ਕਿ ਬਿਹਾਰੀਆਂ ਨੂੰ ਅਸੀਂ ਮੁਫਤ ਦੇ ਵਿੱਚ ਜਿਹੜੀ ਹੈ ਇਹ ਕੋਵਿਡ-19 ਦੀ ਦਵਾਈ ਦਵਾਂਗੇ। ਦਵਾਈ ਦਾ ਅਜੇ ਕੁਝ ਪਤਾ ਨਹੀਂ ਹੈਗਾ, ਅਸੀਂ ਉਹਦੀਆਂ ਪਾਲਿਸੀਜ਼ ਬਣਾ ਰਹੇ ਹੈਗੇ ਆ। ਪਰ ਇਸ ਤਰੀਕੇ ਦੇ ਨਾਲ ਅਚਾਨਕ ਅਸੀਂ ਜਿਹੜਾ ਇਹ ਅਨਾਉਂਸਮੈਂਟ ਕਰ ਦਿੰਦੇ ਹੈਗੇ ਆ, ਇਹ ਇੱਕ ਮੇਰੇ ਖਿਆਲ ਦੇ ਨਾਲ ਮੇਰੀ ਨਿੱਜੀ ਰਾਏ ਦੇ ਵਿੱਚ ਇੱਕ ਅਜਿਹਾ ਅਨਾਉਂਸਮੈਂਟ ਹੈਗਾ ਜਿਸ ਦੇ ਰਾਹੀਂ ਅਸੀਂ ਜਿਹੜੀ ਹੈ ਸੰਵੇਦਨਹੀਨਤਾ ਦਾ ਜਿਹੜਾ ਪ੍ਰਦਰਸ਼ਨ ਹੈ ਉਹ ਕਰ ਰਹੇ ਹੈਗੇ ਆ। ਤੇ ਆਪਾਂ ਥੋੜਾ ਜਿਹਾ ਅੱਗੇ ਚੱਲਦੇ ਹੈਗੇ। ਬੀਜੇਪੀ ਨੇ ਫਿਰ ਇੱਕ ਗੱਲ ਕਹੀ ਹੈਗੀ ਹੈ। ਉਹਨੇ ਕਿਹਾ ਕਿ ਸਾਡਾ ਜਿਹੜਾ ਇਹ ਅਨਾਉਂਸਮੈਂਟ ਅਸੀਂ ਕੀਤੀ ਹੈਗੀ ਹੈ ਕੋਵਿਡ-19 ਨੂੰ ਲੈ ਕੇ ਬਿਹਾਰੀਆਂ ਵਾਸਤੇ ਫ੍ਰੀ ਕਰਨ ਦੀ, ਫ੍ਰੀ ਵਰਤਾਉਣ ਦੀ, ਇਹ ਜਿਵੇਂ ਬਾਕੀ ਪਾਰਟੀਆਂ ਲੋਨ ਵੇਵਰ ਦੀ ਗੱਲ ਕਰਦੀਆਂ ਹੈਗੀਆਂ ਉਹਦੇ ਬਰਾਬਰ ਜਿਹੀ ਹੈ। ਤਾਂ ਤੁਸੀਂ ਦੱਸੋ ਦੋਸਤੋ, ਤੁਸੀਂ ਇਸ ਗੱਲ ਨੂੰ ਕਿਵੇਂ ਲੈਂਦੇ ਹੈਗੇ ਹੋ? ਕੀ ਤੁਹਾਨੂੰ ਲੱਗਦਾ ਕਿ ਲੋਨ ਵੇਵਰ ਤੇ ਕੋਵਿਡ-19 ਦੀ ਵੈਕਸੀਨ ਇਹਦਾ ਕੋਈ ਮੇਲ ਹੈਗਾ? ਕਿਤੇ ਮਿਲਦੇ ਹੈਗੇ ਆ ਦੋਨੋਂ? ਮੇਰੇ ਹਿਸਾਬ ਦੇ ਨਾਲ ਇਹ ਤਾਂ ਨਦੀ ਦੇ ਜਿਹੜੇ ਹੈਗੇ ਆ ਦੋ ਕਿਨਾਰੇ ਹੈਗੇ ਆ, ਜਿੱਥੇ ਕਿਤੇ ਵੀ ਇਹਨਾਂ ਦਾ ਜਿਹੜਾ ਮਿਲਾਪ ਹੈਗਾ ਉਹ ਸੰਭਵ ਨਹੀਂ ਹੈਗਾ। ਪਰ ਜਦੋਂ ਆਪਾਂ ਗੱਲ ਕਰਦੇ ਹੈਗੇ ਆ ਰਾਜਨੀਤੀ ਦੀ, ਜਦੋਂ ਅਸੀਂ ਗੱਲ ਕਰਦੇ ਆ ਸੱਤਾ ਦੀ, ਤਾਂ ਸੱਤਾ ਜਿਹੜੀ ਹੈਗੀ ਆ ਉਹ ਕਿਸੇ ਵੀ ਕੀਮਤ ਦੇ ਉੱਤੇ ਹਾਸਲ ਕਰਨੀ ਇਹੀ ਪੋਲੀਟੀਕਲ ਪਾਰਟੀਆਂ ਦਾ ਇੱਕੋ ਇੱਕ ਟਾਰਗੇਟ ਬਣ ਗਿਆ। ਬੇਸ਼ੱਕ ਉਹਦੇ ਵਾਸਤੇ ਸਾਨੂੰ ਕਿਸੇ ਵੀ ਤਰੀਕੇ ਦਾ ਜਿਹੜਾ ਹੈ ਉਹ ਪ੍ਰੋਮਿਸ ਕਰਨਾ ਪਵੇ। 1947 ਤੋਂ ਲੈ ਕੇ 2020 ਤੱਕ ਜਿੰਨੇ ਵੀ ਇਲੈਕਸ਼ਨ ਹੋਏ, ਜਿੰਨੇ ਚੋਣ ਮੈਨੀਫੈਸਟੋ ਆਏ ਹੈਗੇ, ਬੜੇ ਸਾਰੇ ਪ੍ਰੋਮਿਸਿਸ ਹੋਏ। ਪਰ ਤੁਸੀਂ ਨਜ਼ਰ ਮਾਰੋ ਪਿੱਛੇ ਕਿ ਕੀ ਕਿਸੇ ਵੀ ਪਾਰਟੀ ਨੇ, ਇਰਰਿਸਪੈਕਟਿਵ ਕੋਈ ਵੀ ਪਾਰਟੀ ਹੋਏ, ਕਿਸੇ ਦੀ ਵੀ ਸਰਕਾਰ ਹੋਏ, ਉਹਨੇ ਮਾੜੀ ਜਿਹੀ ਵੀ ਕੋਸ਼ਿਸ਼ ਕੀਤੀ ਕਿ ਜੋ ਮੈਂ ਪ੍ਰੋਮਿਸ ਕੀਤਾ ਸੀਗਾ ਉਹਨੂੰ ਡਿਲੀਵਰ ਵੀ ਕਰਨਾ ਹੈਗਾ? ਕਿ ਸਿਰਫ ਔਰ ਸਿਰਫ ਚੋਣਾਂ ਵਾਸਤੇ ਵੋਟਾਂ ਨੂੰ ਆਪਣੇ ਵੱਲ ਖਿੱਚਣ ਵਾਸਤੇ ਜੋ ਦਿਲ ਦੇ ਵਿੱਚ ਆਏ ਉਹ ਜਿਹੜਾ ਹੈ ਉਹ ਪ੍ਰੋਮਿਸ ਕਰ ਦੇਣਾ, ਇਹੀ ਰਾਜਨੀਤੀ ਰਹਿ ਗਈ ਹੈਗੀ ਹੈ? ਕਿ ਲੋਕੀ ਅੱਜ ਵੀ ਇਸੇ ਤਰੀਕੇ ਦੇ ਨਾਲ ਲੋਕਾਂ ਦੇ ਜਿਵੇਂ ਪਿਛਲੇ ਸਾਲਾਂ ਦੇ ਵਿੱਚ ਅਟਰੈਕਟ ਹੋ ਰਹੇ ਸੀ ਸਿਰਫ ਨਾਅਰੇਬਾਜ਼ੀ ਨੂੰ ਦੇਖ ਕੇ,
ਕਿ ਹੁਣ ਵੀ ਇਸ ਵੱਲ ਅਟਰੈਕਟ ਹੋ ਕੇ ਵੋਟ ਕਰਨਗੇ। ਸੋ ਇਹ ਦੇਖਣਾ ਜਿਹੜਾ ਉਹ ਬਾਕੀ ਹੈ। ਪਰ ਫਿਰ ਵੀ ਮੈਂ ਇਹੀ ਗੱਲ ਕਹਾਂਗਾ, ਮੇਰੀ ਨਿੱਜੀ ਰਾਏ ਦੇ ਵਿੱਚ ਇਹ ਜਿਹੜਾ ਅਟੈਂਪਟ ਹੈਗਾ ਬੀਜੇਪੀ ਦਾ ਵੋਟਾਂ ਨੂੰ ਆਪਣੇ ਵੱਲ ਖਿੱਚਣ ਦਾ, ਵੋਟਰਾਂ ਨੂੰ ਲੁਭਾਉਣ ਦਾ, ਇਹ ਇੱਕ ਅਜਿਹਾ ਅਟੈਂਪਟ ਹੈ ਜਿਹੜਾ ਨਾ ਕੀਤਾ ਜਾਂਦਾ ਤਾਂ ਜ਼ਿਆਦਾ ਵਧੀਆ ਸੀਗਾ। ਲੋਕਾਂ ਦੀਆਂ ਚਿੰਤਾਵਾਂ ਨੂੰ ਵੋਟਾਂ ਦੇ ਵਿੱਚ ਬਦਲਣ ਦੀ ਜਿਹੜੀ ਇਹ ਚੇਸ਼ਟਾ ਹੈਗੀ ਹੈ, ਇਹ ਭਿਆਨਕ ਜਿਹੜੇ, ਜਿਵੇਂ ਅਸੀਂ ਗੱਲ ਕਹਿ ਸਕਦੇ ਹਾਂ ਕਿ ਇਹਦੇ ਸਿੱਟੇ ਜਿਹੜੇ ਹੈਗੇ ਆ ਉਹ ਇਸ ਤਰੀਕੇ ਦੇ ਭਿਆਨਕ ਹੋ ਸਕਦੇ ਹੈਗੇ ਆ, ਕਿਉਂਕਿ ਅਸੀਂ ਪੋਪੂਲਿਜ਼ਮ ਨੂੰ ਇੱਕ ਨਵੇਂ ਲੈਵਲ ਦੇ ਉੱਪਰ ਜਿਹੜਾ ਹੈ ਉਹ ਲੈ ਕੇ ਜਾ ਰਹੇ ਹੈਗੇ ਆ। ਜੇ ਮੈਂ ਗੱਲ ਕਰਾਂ ਵੈਕਸੀਨਸ ਦੀ, ਤਾਂ ਇਹ ਜਿਹੜਾ ਪ੍ਰੋਮਿਸ ਹੈਗਾ ਨਾ ਤਾਂ ਸਾਇੰਸ ਦੇ ਲੈਵਲ ਤੇ, ਨਾ ਹੀ ਮੋਰੈਲਿਟੀ ਦੇ ਲੈਵਲ ਤੇ, ਕਿਸੇ ਵੀ ਲੈਵਲ ਦੇ ਉੱਤੇ ਜਿਹੜਾ ਹੈਗਾ ਉਹ ਨਹੀਂ ਆਂਦਾ ਹੈਗਾ। ਬੈਡ ਸਾਇੰਸ, ਬੈਡ ਪੋਲਿਟਿਕਸ, ਔਰ ਇਹਦੇ ਨਤੀਜੇ ਵੀ ਮਾੜੇ ਹੀ ਹੋਣਗੇ। ਬਹੁਤ ਬਹੁਤ ਸ਼ੁਕਰੀਆ ਦੋਸਤੋ। ਜੇ RNA TV ਦਾ ਪ੍ਰੋਗਰਾਮ ਤੁਹਾਨੂੰ ਇਹ ਪਸੰਦ ਆਇਆ ਤਾਂ ਇਹਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਛੇਤੀ ਮਿਲਾਂਗੇ।